Hello everyone, welcome back to our channel. This is third part of legal glossary जो कि ਆਪਾਂ ਆਉਣ ਵਾਲੇ ਪੰਜਾਬ ADA ਵਾਸਤੇ ਕਵਰ ਕਰ ਰਹੇ ਹਾਂ। ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਉਰਦੂ ਤੇ ਫਾਰਸੀ ਦੀ ਉਹ ਸ਼ਬਦਾਵਲੀ ਮਿਲੇਗੀ ਜੋ ਕਿ ਆਪਾਂ ਰੈਵਨਿਊ ਡਿਪਾਰਟਮੈਂਟ ਮਤਲਬ ਮਾਲ ਵਿਭਾਗ ਵਿੱਚ ਵਰਤਦੇ ਹਾਂ। ਰੈਵਨਿਊ ਡਿਪਾਰਟਮੈਂਟ ਜੋ ਪਟਵਾਰੀ ਲੈਂਡ ਰਿਕਾਰਡ ਬਣਾਉਣ ਸਮੇਂ ਵਰਡਸ ਯੂਜ਼ ਕਰਦੇ ਆ, ਜਿਹੜੀ ਫਰਦਾਂ ਵਿੱਚ ਵਰਡਸ ਲਿਖੇ ਹੁੰਦੇ ਆ, ਉਹ ਸਾਰੇ ਵਰਡਸ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕਵਰ ਕਰਾਂਗੇ। ਤੇ ਜੋ ਪਹਿਲਾਂ ਦੋ ਪਾਰਟਸ ਆਪਾਂ ਲੈ ਕੇ ਆਏ ਸੀ ਉਹਦੇ 'ਚ ਜੋ ਫਸਟ ਪਾਰਟ ਸੀ ਉਹਦੇ ਵਿੱਚ ਰੈਵਨਿਊ ਟਰਮਸ ਦੇ ਬੇਸਿਕ ਕਲੀਅਰ ਹੋ ਜਾਊਗਾ ਤੁਹਾਡਾ, ਜੇਕਰ ਤੁਸੀਂ ਉਹ ਨਹੀਂ ਵੇਖਿਆ ਤਾਂ ਉਹ ਵੇਖ ਲਿਓ। ਤੇ ਜੋ ਦੂਜਾ ਪਾਰਟ ਹੈ ਉਹਦੇ 'ਚ ਆਪਾਂ ਸਿਵਲ ਕ੍ਰਿਮੀਨਲ ਕੋਰਟਸ 'ਚ ਜਿਹੜੇ ਵਰਡਸ ਯੂਜ਼ ਹੁੰਦੇ ਆ, ਜਿਵੇਂ ਬੌਂਡ ਨੂੰ ਮੁਚਲਕਾ ਕਹਿੰਦੇ ਆ, ਤਾਂ ਉਹ ਸਾਰੇ ਵਰਡਸ ਦੂਜੇ ਪਾਰਟ 'ਚੋਂ ਕਵਰ ਹੋ ਜਾਣਗੇ। ਦੋਵੇਂ ਪਾਰਟਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਊਗਾ, ਜੇਕਰ ਤੁਸੀਂ ਨਹੀਂ ਵੇਖਿਆ ਤਾਂ ਉਹ ਜ਼ਰੂਰ ਦੇਖ ਲਿਓ। ਤੇ ਹੋਰ ਵੀ ਪੰਜਾਬ ADA ਦੇ ਜਿੰਨੇ ਸਬਜੈਕਟਸ ਹੈ ਉਹ ਸਾਰੇ ਆਪਾਂ ਕੰਪਰੀਹੈਂਸਿਵਲੀ ਕਵਰ ਕੀਤੇ ਆ। ਪੂਰੀ ਪਲੇਲਿਸਟ ਚੈੱਕਆਊਟ ਕਰ ਲਿਓ, ਜਿਹੜੇ ਵੀ ਸਬਜੈਕਟਸ ਤੁਹਾਨੂੰ ਡਿਫਿਕਲਟੀ ਆ ਰਹੀ ਹੈ ਉੱਥੋਂ ਤੁਸੀਂ ਹੈਲਪ ਲੈ ਸਕਦੇ ਹੋ। ਚੈਨਲ 'ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ। ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ। ਟੈਲੀਗ੍ਰਾਮ ਜੁਆਇਨ ਕਰ ਲਿਓ। PDF ਦਾ ਲਿੰਕ ਤੁਹਾਨੂੰ ਟੈਲੀਗ੍ਰਾਮ 'ਤੇ ਮਿਲ ਜਾਏਗਾ ਅਤੇ ਪਹਿਲਾਂ ਵਾਲੇ ਪਾਰਟਸ ਵੀ ਟੈਲੀਗ੍ਰਾਮ 'ਤੇ ਅਵੇਲੇਬਲ ਹੈਗੇ ਆ, ਤੁਸੀਂ ਉੱਥੋਂ ਕਲੈਕਟ ਕਰ ਲਿਓ। ਤਾਂ ਚਲੋ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਸ ਵੀਡੀਓ ਨੂੰ। ਆਪਾਂ ਪਹਿਲਾਂ ਉਰਦੂ ਅਤੇ ਫਾਰਸੀ ਸ਼ਬਦ ਪੜ੍ਹਾਂਗੇ ਅਤੇ ਨਾਲ ਹੀ ਮੈਂ ਤੁਹਾਨੂੰ ਉਹਦਾ ਪੰਜਾਬੀ ਅਰਥ ਦੱਸੂੰਗੀ। ਨਾਲ ਜਿੱਥੇ ਮੈਨੂੰ ਲੱਗਿਆ ਮੈਂ ਐਕਸਪਲੇਨ ਕਰਤੇ ਜਾਊਂਗੀ। ਤੁਸੀਂ ਵਰਡਸ ਨੂੰ ਮੇਰੇ ਨਾਲ ਪੜ੍ਹਦੇ ਰਹੋ ਅਤੇ ਐਕਸਪਲੇਨੇਸ਼ਨਸ ਨੂੰ ਧਿਆਨ ਨਾਲ ਸੁਣਿਓ, ਸਮਝਿਓ। ਤਾਂ ਸ਼ੁਰੂ ਕਰਦੇ ਹਾਂ। ਅੱਜ ਦਾ ਪਹਿਲਾ ਸ਼ਬਦ ਹੈ ਉਜਰ। ਉਜਰ ਮਤਲਬ ਇਤਰਾਜ਼। ਇਤਰਾਜ਼ ਮੀਨਸ ਆਬਜੈਕਸ਼ਨ। ਉਜਰਤ। ਉਜਰਤ ਮਤਲਬ ਫੀਸ। ਅਰਾਜੀ। ਅਰਾਜੀ ਜ਼ਮੀਨ ਮੀਨਸ ਲੈਂਡ। ਇਹ ਵਰਡ ਜ਼ਰੂਰ ਯਾਦ ਰੱਖਿਓ, ਇਹ ਆਪਾਂ ਪਹਿਲੀ ਵੀਡੀਓ 'ਚ ਵੀ ਵੇਖਿਆ ਸੀ ਵਰਡ। ਅਰਸਾ। ਅਰਸਾ ਮਤਲਬ ਸਮਾਂ, ਟਾਈਮ। ਆਗਾਜ਼। ਆਗਾਜ਼ ਮਤਲਬ ਆਰੰਭ, ਸ਼ੁਰੂ ਕਰਨਾ, ਟੂ ਸਟਾਰਟ। ਅਸਾਲਤਨ। ਅਸਾਲਤਨ ਮਤਲਬ ਨਿੱਜੀ ਤੌਰ 'ਤੇ ਮੀਨਸ ਪਰਸਨਲੀ। ਆਬ ਪਾਸ। ਆਬ ਪਾਸ ਮਤਲਬ ਜਿਸ ਨੂੰ ਪਾਣੀ ਲੱਗਦਾ ਹੋਵੇ। ਅਹਿਲਦਾਰ। ਅਹਿਲਦਾਰ ਮਤਲਬ ਕਰਮਚਾਰੀ ਮੀਨਸ ਵਰਕਰ। ਅਹਿਲੇ ਮਨਸਬ ਮਤਲਬ ਉੱਚ ਅਧਿਕਾਰੀ ਮੀਨਸ ਹਾਇਰ ਆਫੀਸ਼ੀਅਲ। ਅਕਸ। ਸ਼ਿਜਰਾ। ਨਕਸ਼ਾ ਮੁਆਸੀ ਦੀ ਲੱਠੇ ਉੱਪਰ ਨਕਲ, ਇਹਨੂੰ ਆਪਾਂ ਸ਼ਿਜਰਾ ਲੱਠਾ ਵੀ ਕਹਿ ਦਿੰਦੇ ਹਾਂ। ਸ਼ਿਜਰਾ ਲੱਠਾ ਜਾਂ ਅਕਸ ਸ਼ਿਜਰਾ ਕੀ ਹੁੰਦਾ ਜੀ? ਇੱਕ ਪੀਸ ਆਫ ਕਲੋਥ ਹੈ, ਕੋਈ ਮੰਨ ਲਓ ਇੱਕ ਸ਼ੀਟ ਹੈ, ਠੀਕ ਹੈ, ਉਹਦੇ ਉੱਤੇ ਜਿਵੇਂ ਇੱਕ ਵਿਲੇਜ ਦਾ ਪੂਰਾ ਮੈਪ ਬਣਿਆ ਹੁੰਦਾ, ਉਹਨੂੰ ਫਰਦਰ ਉਹਦੇ ਏਰੀਆ ਵਾਈਜ਼ ਬਾਈਫਰਗੇਟ ਕੀਤਾ ਹੁੰਦਾ, ਜਿਵੇਂ ਜਿਵੇਂ ਏਰੀਆ ਉਹਦਾ ਉਸ ਹਿਸਾਬ ਨਾਲ ਉਹਦੇ ਮਾਰਕਿੰਗਸ ਕੀਤੀਆਂ ਹੁੰਦੀਆਂ, ਠੀਕ ਹੈ। ਉਹਦੀ ਮਾਰਕਿੰਗਸ ਦੇ ਅੰਦਰ ਕੁਛ ਨੰਬਰਸ ਲਿਖੇ ਹੁੰਦੇ ਆ, ਜਿਵੇਂ ਮੰਨ ਲਓ ਇੱਥੇ ਲਿਖਿਆ ਹੋਇਆ ਅੰਦਰ 1908। ਇਹ ਨੰਬਰਸ ਜਾਂ ਤਾਂ ਖੇਵਟ ਨੰਬਰ ਦੇ ਹਿਸਾਬ ਨਾਲ ਲਿਖਿਆ ਹੁੰਦਾ ਜਾਂ ਖਸਰਾ ਨੰਬਰ ਦੇ ਹਿਸਾਬ ਨਾਲ ਲਿਖਿਆ ਹੁੰਦਾ, ਜਿਹਦੇ ਤੋਂ ਆਪਾਂ ਆਈਡੈਂਟੀਫਾਈ ਕਰ ਸਕਦੇ ਹਾਂ ਕਿ ਉਹਦਾ ਓਨਰ ਕੌਣ ਹੈ, ਠੀਕ ਹੈ। ਤਾਂ ਇਹ ਜਿਹੜਾ ਪੀਸ ਆਫ ਕਲੋਥ ਪੂਰਾ ਹੈ ਇਹਨੂੰ ਕਹਿੰਦੇ ਆ ਸ਼ਿਜਰਾ ਲੱਠਾ। ਅਤੇ ਇਹਦੇ ਉੱਪਰ ਜੋ ਬਣਿਆ ਹੁੰਦਾ ਉਹ ਮੈਪ ਹੁੰਦਾ ਵਿਲੇਜ ਦਾ, ਉਹਨੂੰ ਫਰਦਰ ਬਾਈਫਰਗੇਟ ਕਰਕੇ ਉਹਦੇ ਜੋ ਏਰੀਆ ਵਾਈਜ਼ ਜਿੰਨਾ ਜਿੰਨਾ ਹਿੱਸਾ ਕਿਸੇ ਦੇ ਨਾਮ ਚੜ੍ਹਿਆ ਹੁੰਦਾ ਉਨੀ ਮਾਰਕਿੰਗਸ ਕਰਕੇ ਪਤਾ ਚੱਲ ਜਾਂਦਾ ਆਪਾਂ ਨੂੰ ਮਾਰਕਿੰਗਸ ਤੋਂ ਪੜ੍ਹ ਕੇ ਕਿ ਇਹ ਵਾਲਾ ਨੰਬਰ ਕਿਹਦੇ ਨਾਮ ਦਾ ਹੈ, ਠੀਕ ਹੈ। ਤਾਂ ਇਹਨੂੰ ਕਹਿੰਦੇ ਆ ਸ਼ਿਜਰਾ ਲੱਠਾ। ਅੱਗੇ ਚਲਦੇ ਹਾਂ ਜੀ। ਅਕਸ ਅਰਸਾਲ। ਅਕਸ ਅਰਸਾਲ ਮਤਲਬ ਮਾਮਲਾ ਜਮ੍ਹਾਂ ਕਰਾਉਣ ਦੀ ਅਰਜੀ। ਅਖਰਾਜ। ਅਖਰਾਜ ਮਤਲਬ ਖਾਰਜ ਕਰਨਾ। ਅਲਾਮਾਤ। ਅਲਾਮਾਤ ਮਤਲਬ ਨਿਸ਼ਾਨੀਆਂ। ਇਤਫਾਕੀਆ ਮਤਲਬ ਅਚਾਨਕ, ਸਡਨਲੀ। ਇਵਜਾਨਾ ਮਤਲਬ ਮੁਆਵਜ਼ਾ। 16th ਵਰਡ ਹੈ ਇਜਰਾ। ਇਜਰਾ ਮਤਲਬ ਅਮਲ ਵਿੱਚ ਲਿਆਉਣਾ, ਟੂ ਇੰਪਲੀਮੈਂਟ। ਇਜਹਾਰੇ ਹੱਕ ਮਤਲਬ ਹੱਕ ਦਾ ਪ੍ਰਗਟਾਵਾ। ਇਰਾਦਤਨ। ਇਰਾਦਤਨ ਮਤਲਬ ਜਾਣਬੁੱਝ ਕੇ ਮੀਨਸ ਡੈਲੀਬਰੇਟਲੀ। ਇਸਤਖਰਾਜ ਮਤਲਬ ਖੇਤਰਫਲ ਕੱਢਣ ਦਾ ਢੰਗ, ਮਤਲਬ ਜਿਵੇਂ ਕੋਈ ਵੀ ਏਰੀਆ ਆਪਾਂ ਕਾਊਂਟ ਕਰਨਾ ਹੁੰਦਾ ਤਾਂ ਉਹ ਕਿਵੇਂ ਕੱਢਦੇ ਆ ਉਹਨੂੰ ਕਹਿੰਦੇ ਆ ਇਸਤਖਰਾਜ। ਇਜਾਫਾ। ਇਜਾਫਾ ਮੀਨਸ ਵਾਧਾ, ਇੰਕਰੀਮੈਂਟ। ਇਜਾਦੀ ਆ ਰਹਿਣ ਮਤਲਬ ਆੜ ਰਹਿਣ ਦੀ ਰਕਮ ਵਿੱਚ ਵਾਧਾ। ਇਹਦਾ ਮਤਲਬ ਹੈ ਜੀ ਜਿਵੇਂ ਰਹਿਣ ਨੂੰ ਆਪਾਂ ਕਹਿੰਦੇ ਹਾਂ ਜਿਵੇਂ ਗਹਿਣੇ ਦਿੱਤੀ ਹੁੰਦੀ ਹੈ ਕੋਈ ਵੀ ਪ੍ਰੋਪਰਟੀ, ਤਾਂ ਉਹਦੇ ਤੋਂ ਬਾਅਦ ਆਪਾਂ ਪੈਸਾ ਰੇਜ਼ ਕਰਦੇ ਹਾਂ। ਮੰਨ ਲਓ ਇੱਕ ਆਹੀ ਪੀਸ ਆਫ ਪ੍ਰੋਪਰਟੀ ਹੈ, ਇਹਨੂੰ ਆਪਾਂ ਗਹਿਣੇ ਚੜਾਇਆ ਸੀ
ਤੇ ਉਹਦੇ ਰਿਟਰਨ 'ਚ ਆਪਾਂ 10,000 ਰੁਪਏ ਰੇਜ਼ ਕੀਤੇ ਸੀ, ਠੀਕ ਹੈ। ਤਾਂ ਉਸ 10,000 ਦੀ ਰਕਮ ਵਿੱਚ ਆਪਾਂ ਫਰਦਰ ਹੋਰ ਉਹਨਾਂ ਤੋਂ ਪੈਸੇ ਲੈ ਲਏ ਸੀ। ਤਾਂ ਮੰਨ ਲਓ 10,000 ਹੋਰ ਰੇਜ਼ ਕਰ ਲਏ, ਤਾਂ ਹੁਣ ਟੋਟਲ ਹੋ ਗਿਆ 20,000। ਤਾਂ ਜੋ ਆੜ ਰਹਿਣ ਦੀ ਰਕਮ ਵਿੱਚ ਵਾਧਾ, ਇਹਨੂੰ ਹੀ ਕਹਿੰਦੇ ਆ ਆਜ਼ਾਦੀ ਆ ਰਹਿਣ, ਜਾਂ ਅਗਲਾ ਵਰਡ ਹੈ ਇਜਾਦੀ ਜਾਰ ਰਹਿਣ, ਰਹਿਣ ਦੀ ਰਕਮ ਵਿੱਚ ਵਾਧਾ। ਤਾਂ ਦੋਵਾਂ ਦਾ ਇੱਕੋ ਹੀ ਅਰਥ ਹੈ। ਸ਼ਾਮਲਾਟ ਡੇ ਆਪਾਂ ਪਹਿਲਾਂ ਵੀ ਕੀਤਾ ਸੀ। ਇਹਦਾ ਮਤਲਬ ਹੈ ਪਿੰਡ ਦੀ ਸਾਂਝੀ ਥਾਂ। ਇੱਥੇ ਥਾਂ ਆਏਗਾ, ਵਾਂ ਨਹੀਂ ਆਏਗਾ। ਮਤਲਬ ਇੱਕ ਕਾਮਨ ਏਰੀਆ, ਜੋ ਕਿ ਪਿੰਡ ਦਾ ਕਾਮਨ ਏਰੀਆ ਹੁੰਦਾ, ਉਹਨੂੰ ਕਹਿੰਦੇ ਆ ਸ਼ਾਮਲਾਟ ਡੇ। ਸ਼ਾਮਲਾਤ ਹਸਬ ਜਰੇ ਖੇਵਟ, ਸਾਂਝੀ ਥਾਂ ਜਿਸ ਵਿੱਚ ਖੇਵਟਦਾਰਾਂ ਦੇ ਅਨੁਪਾਤ ਅਨੁਸਾਰ ਹਿੱਸਾ ਹੋਵੇ। ਤਾਂ ਜਿਹੜੀ ਸ਼ਾਮਲਾਟ ਡੇ ਹੈ ਉਹਦੇ ਵਿੱਚ ਵੀ ਜਿੰਨੇ ਲੈਂਡਲੋਰਡਸ ਹੈ ਉਸ ਵਿਲੇਜ ਦੇ, ਉਹਨਾਂ ਦਾ ਹਿੱਸਾ ਹੁੰਦਾ। ਤਾਂ ਉਹ ਕਿਸੇ ਤਰ੍ਹਾਂ ਕੈਲਕੂਲੇਟ ਕਰਦੇ ਆ, ਜਿਵੇਂ ਖੇਵਟਦਾਰਾਂ ਦਾ ਅਨੁਪਾਤ ਅਨੁਸਾਰ ਹਿੱਸਾ। ਤਾਂ ਉਹ ਉਹਨਾਂ ਦੀ ਕੋਈ ਹੁੰਦੀ ਹੈ ਕੈਲਕੂਲੇਸ਼ਨ, ਜਿਸ ਹਿਸਾਬ ਨਾਲ ਉਹ ਕੱਢਦੇ ਆ। ਤਾਂ ਉਹਨੂੰ ਕਹਿੰਦੇ ਆ ਸ਼ਾਮਲਾਟ ਹਸਬ ਜਰੇ ਖੇਵਟ। ਤਾਂ ਖੇਵਟ, ਜਿੰਨੀਆਂ ਖੇਵਟਾਂ ਕਿਸੇ ਦੇ ਨਾਮ 'ਤੇ ਹੈ, ਜਾਂ ਜੋ ਵੀ ਉਹਨਾਂ ਦਾ ਇੱਕ ਕ੍ਰਾਈਟੀਰੀਆ ਹੁੰਦਾ, ਉਸ ਅਕੋਰਡਿੰਗ ਉਹਦੇ ਵਿੱਚ ਉਹਦਾ ਹਿੱਸਾ ਕੱਢਦੇ ਆ। ਅੱਗੇ ਹੈ ਜੀ ਸ਼ਰਬਰਾਹ ਮਤਲਬ ਸਰਪ੍ਰਸਤ। ਸ਼ਹਾਦਤ ਮਤਲਬ ਗਵਾਹੀ, ਸ਼ਹਾਦਤ ਦੇਣੀ, ਆਪਾਂ ਪਹਿਲਾਂ ਵੀ ਵੇਖਿਆ ਸੀ ਇਹ ਵਰਡ। ਸਜ਼ਾ ਯਾਫਤਾ ਮਤਲਬ ਦੰਡਵਤ ਵਿਅਕਤੀ। ਸੁਪਰਦਗੀ ਮਤਲਬ ਹਵਾਲੇ ਕਰਨਾ, ਇੰਟਰਸਟ ਕਰਨਾ। ਸਰਹਾ ਮਤਲਬ ਰਸਮ ਕਾਨੂੰਨ ਕਰ, ਮਤਲਬ ਟੈਕਸ। ਸੁਖਮ ਮਤਲਬ ਬਾਰੀਕ। ਸਰੇਆਮ ਮਤਲਬ ਸਭ ਦੇ ਲਈ। ਸਾਕਿਨ ਮਤਲਬ ਵਸਨੀਕ। ਸਾਕਿਨ ਦੇ ਮਤਲਬ ਪਿੰਡ ਦਾ ਵਸਨੀਕ, ਮਤਲਬ ਇਹਨੂੰ ਰੈਜ਼ੀਡੈਂਟ ਵੀ ਕਹਿ ਸਕਦੇ ਹਾਂ ਆਪਾਂ। ਸ਼ਮਾਲ ਮਤਲਬ ਉੱਤਰ ਮੀਨਸ ਨਾਰਥ। ਇਹ ਡਾਇਰੈਕਸ਼ਨਸ ਹੈ, ਇਹ ਡਾਇਰੈਕਸ਼ਨਸ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਧਿਆਨ 'ਚ ਰੱਖਿਓ। ਸ਼ਮਾਲ ਮਤਲਬ ਉੱਤਰ ਮੀਨਸ ਨਾਰਥ। ਸ਼ਰਕ ਮਤਲਬ ਪੂਰਬ ਮੀਨਸ ਈਸਟ। ਜਨੂਬ ਮਤਲਬ ਦੱਖਣ ਮੀਨਸ ਸਾਊਥ। ਤੇ ਗਰਬ ਮਤਲਬ ਪੱਛਮ ਮੀਨਸ ਵੈਸਟ। ਤਾਂ ਇਹ ਜਿਹੜੀ ਡਾਇਰੈਕਸ਼ਨਸ ਹੈ, ਇਹਨਾਂ ਨੂੰ ਇੱਦਾਂ ਹੀ ਲਿਖਿਆ ਜਾਂਦਾ, ਸ਼ਮਾਲ, ਸ਼ਰਕ, ਜਨੂਬ, ਗਰਬ। ਤਾਂ ਇਹ ਜ਼ਰੂਰ ਯਾਦ ਰੱਖਿਓ। ਅੱਗੇ ਚੱਲਦੇ ਹਾਂ ਜੀ। ਸਵਾਈ ਮਤਲਬ ਲੋਕਲ ਰੇਟ ਪਲੱਸ ਨੰਬਰਦਾਰੀ। ਸਾਲ ਤਮਾਮ, ਮਾਲੀ ਸਾਲ, ਜਰਾਈ ਸਾਲ। ਇਹ ਵਰਡਸ ਵੀ ਦੇਖਿਓ, ਇਕੱਠੇ ਹੀ ਸਮਝ ਲੈਂਦੇ ਹਾਂ ਇਹਨੂੰ। ਸਾਲ ਤਮਾਮ ਮੀਨਸ ਪੂਰਾ ਸਾਲ, ਤਮਾਮ ਤੋਂ ਕਲੀਅਰ ਹੁੰਦਾ ਕਿ ਪੂਰਾ ਸਾਲ। ਮਾਲੀ ਸਾਲ ਮਤਲਬ ਵਿੱਤੀ ਸਾਲ, ਜਿਵੇਂ ਫਾਈਨੈਂਸ਼ੀਅਲ ਈਅਰ ਕਹਿ ਸਕਦੇ ਹਾਂ ਆਪਾਂ ਇਹਨੂੰ। ਜਰਾਇਤੀ ਸਾਲ ਮਤਲਬ ਖੇਤੀਬਾੜੀ ਸਾਲ, ਠੀਕ ਹੈ। ਇਹ 3 ਤਰ੍ਹਾਂ ਦੇ ਸਾਲ ਹੈ, ਇਹਨੂੰ ਵੀ ਤੁਸੀਂ ਧਿਆਨ 'ਚ ਰੱਖਿਓ। ਸਾਲ ਤਮਾਮ, ਮਾਲੀ ਸਾਲ, ਜਰਾਇਤੀ ਸਾਲ, ਠੀਕ ਹੈ। ਅੱਗੋਂ ਚੱਲਦੇ ਹਾਂ ਜੀ। ਸਨਦ ਮਤਲਬ ਸਰਟੀਫਿਕੇਟ ਨੂੰ ਸਨਦ ਹੀ ਕਹਿੰਦੇ ਆ। ਸਿਹਤ ਮਤਲਬ ਦਰੁਸਤੀ ਇੰਤਕਾਲ ਹੁੰਦਾ ਹੈ। ਦਰੁਸਤੀ ਕੀ ਹੁੰਦੀ ਹੈ? ਦਰੁਸਤੀ ਮੀਨਸ ਕਰੈਕਸ਼ਨ, ਠੀਕ ਹੈ। ਜਿਵੇਂ ਕੋਈ ਵੀ ਰਿਕਾਰਡ ਹੈ, ਉਹਦੀ ਮੰਨ ਲਓ ਏ ਦੇ ਨਾਮ 'ਤੇ ਚੜ੍ਹਿਆ ਹੋਇਆ ਸੀ ਰਿਕਾਰਡ, ਉਹਨੂੰ ਆਪਾਂ ਬੀ 'ਚ ਕਰਾਉਣਾ ਹੈ, ਬੀ ਦੇ ਨਾਮ 'ਤੇ ਕਰਾਉਣਾ ਹੈ, ਤਾਂ ਉਹਦੀ ਦਰੁਸਤੀ ਇੰਤਕਾਲ ਹੁੰਦੀ ਹੈ, ਠੀਕ ਹੈ। ਸਿਹਤ ਇੰਤਰਾਜ ਮਤਲਬ ਦਰੁਸਤੀ ਇੰਤਰਾਜ। ਸ਼ਜਰਾ ਕਿਸ਼ਤਵਾਰ, ਕੱਪੜਾ ਲੱਠੇ ਉੱਪਰ ਮੁਆਸੀ ਦੀ ਕਾਪੀ। ਇਹ ਉਹੀ ਸ਼ਜਰਾ ਲੱਠਾ ਹੈ ਜੋ ਆਪਾਂ ਪਹਿਲਾਂ ਸਮਝ ਲਿਆ। ਅੱਗੇ ਚੱਲਦੇ ਹਾਂ। ਸ਼ਜਰਾ ਨਸਬ ਮਤਲਬ ਕੁਰਸੀਨਾਮਾ ਕੀ ਹੁੰਦਾ ਹੈ? ਜਿਵੇਂ ਮੰਨ ਲਓ ਇੱਕ ਐਚ ਨਾਮ ਦਾ ਵਿਅਕਤੀ ਹੈ, ਉਹਦੀ ਹੁੰਦੀ ਹੈ ਡੈਥ, ਉਦੋਂ ਬਾਅਦ ਉਹਦਾ ਜੋ ਫੈਮਿਲੀ ਹਿਰਾਰਕੀ ਟੇਬਲ ਬਣਦਾ, ਉਹਨੂੰ ਕਹਿੰਦੇ ਆ ਕੁਰਸੀਨਾਮਾ। ਮੰਨ ਲਓ ਉਹਦੀ ਇੱਕ ਵਾਈਫ ਸੀ, ਅੱਗੋਂ ਉਹਨਾਂ ਦੇ 3 ਮੁੰਡੇ ਸੀ, ਠੀਕ ਹੈ। ਤਾਂ ਉਹਨਾਂ ਦੀ ਅੱਗੋਂ ਕਿੰਨੀਆਂ ਮਤਲਬ ਵਾਈਫ ਦਾ ਕੀ ਨਾਮ ਸੀ, ਠੀਕ ਹੈ। ਉਹ ਸਾਰੀ ਮਾਰਕਿੰਗਸ ਨੂੰ, ਅਤੇ ਅੱਗੋਂ ਉਹਨਾਂ ਦੇ ਬੱਚੇ, ਤਾਂ ਉਹ ਸਾਰੀ ਹੀ ਡੀਟੇਲਸ ਨੂੰ, ਜਿਵੇਂ ਉਹਦਾ ਹਿਰਾਰਕੀ ਟੇਬਲ ਬਣਦਾ, ਉਹਨੂੰ ਕਹਿੰਦੇ ਆ ਕੁਰਸੀਨਾਮਾ।
ठीक है। तो हिंदू सक्सैशन एक्ट के अकॉर्डिंग फिर जो भी अगों वंड वटारा होंदा है, जो पार्टीशन होंदियां या जिद्दां भी बाइफरगेट करनी होंदी है प्रॉपर्टी, उदों तो पहलां कुर्सीनामा ज़रूर बनदा। ठीक है। सराय लगान मतलब लगान दी दर। हसब जाब्ता मतलब कानून अनुसार। हिबा मतलब दान, मुस्लिम लॉ वाला। हकूक हक, ये आप पहला भी समझ चुके हैं। हकूक मालकियत मतलब मालकी हक। हसब जैल हेठा लिखे अनुसार, मीनस एज पर द फॉलोइंग, जिमें उदों बाद आप यह साइन यूज़ कर लैंने। तो होंदा हसब जैल हेठा लिखे अनुसार। हक शुफा जमीन खरीदन का पहला हक। इट मीनस राइट ऑफ प्रीएम्पशन, जो प्रीएम्पशन का सूट लगता है उनके उत्ते लिखा होंदा हक शुफा। ये होंदा जिमें मान लो ये नाल लगते घर है, जे आ वाली प्रॉपर्टी विकाऊ है तो पहला राइट इन्हां दा है, जिहड़ी इमीडिएट नेबर्स है, तो वो प्रीएम्पशन सूट लैके जा सकते हैं कि सानू वेच दी जाए। ठीक है। ये आप हिंदू लॉ च भी देखते हैं, मुस्लिम लॉ च भी देखते हैं। हक हदबंदी मतलब दो पिंडां दी सांझी वट। हुक्म अदुली मतलब हुक्म ना मनना। हिफाजत मतलब सुरक्षा। हम सीरा मीनस भैन मतलब रियल सिस्टर नूं कहंदे हैं हम सीरा। हसद जरे खेवट, पिंड विच किस मालक की किन्नी मालकी है उस अनुपात मुताबक सांझी जमीन विच हिस्सा। ठीक है। जो कॉमन लैंड है उहदे विच उहदी किन्ना हिस्सा होगा वो डिपेंड करता है ऑलरेडी तुहाडे कोल किन्ना लैंड है, उहदे तुहाडी किन्नी ओनरशिप है। अगे है कैफियत मतलब विशेष कथन। अनकूत खड़ी फसल विचों पैदावार का अंदाज़ा। अनकूत मतलब जिमें जो क्रॉप्स ग्रो कर रही होंदियां, किसी एक अथॉरिटी की ड्यूटी लगी होंदी है तो वो नॉर्मली राउंड लेंदे हैं, तो एस्टीमेशन कढ़ लेंदे अकॉर्डिंगली। जिमें वीट कल्टीवेट की हुई है तो मतलब किन्ना वीट का झाड़ आपां नूं मिलूगा, किन्नी यील्ड उस टाइम पर मिल सकती है, तो एक एस्टीमेशन लेंदे हैं, तो उन्होंने कहते हैं अनकूत। कब्जा मालकाना मतलब मालकी कब्जा बिल मुजामत मतलब झगड़े तो रहत कब्जा ए मौरूसी मतलब मौरूसी कब्जा। मौरूसी का अर्थ है जी इनहेरिटेंस जो मिलिया होंदी है प्रॉपर्टी, या इनहेरिटेंस ते लगते हुए आपां मतलब ड्यू टू इनहेरिटेंस आपां किसी प्रॉपर्टी के कब्जे च तो उन्होंने कहते हैं मौरूसी कब्जा। ठीक है। काबले मनसूची मतलब रद्द करन योग। कब्जा ए जुदागना मतलब अलग कब्जा। कबूलियत मतलब सहमति एक्सेप्टेंस। खेवट नंबर जमाबंदी विच मालकान दी लड़ी नंबर। खावंद मतलब पति मीनस हसबैंड। खारजबाट मतलब जिस जमीन का मामला निर्धारित ना होवे। खिलाफ वर्जी मतलब उल्लंघना। खैरात मतलब दान पुण्य करना। कतौनी नंबर जमाबंदी विच काश्तकार दा लड़ी नंबर, तो खेवट कटौनी नंबर आप पहला भी समझिया सी, एक नंबर की बायफरगेट करके दे देंगे है, उस नंबर के अकॉर्डिंग आप लैंड रिकॉर्ड्स भी असैस कर सकते हैं ऑनलाइन भी। तो ये नंबर्स जड़े होंगे हैं जिमें जो खेवट नंबर है वो ओनरशिप के हिसाब नाल है, तो जो खतौनी नंबर है वो काश्तकारां के हिसाब नाल है। ठीक है। काश्तकार कौन होंगे? जो कल्टीवेट करते हैं लैंड में। अगे है गैर मनकूला जायदाद मतलब अचल संपत्ति, यदा मतलब है इमूवेबल प्रॉपर्टी। अगे है गैर हिस्सा शामलात के हिस्से तो बिना। गैर मजरूआ मतलब बिना काशत मीन्स बैरन लैंड। अगे चलते हैं जी। गरब मतलब पश्चिम वेस्ट। गुरिंदा होंदा वैसे लैंड वाला, तो
मतलब जो एक्सैप्ट करता है प्रॉपर्टी उन्होंने कहते हैं गुरिंदा, तो जो दिंदा है उन्होंने कहते हैं कुनिंदा। ठीक है, देन वाले नूं कहते हैं कुनिंदा, लैन वाले नूं कहते हैं गुरिंदा। चक, चक मतलब टुकड़ा, अ पार्ट, अ पीस, जिवें एक पूरे लैंड का एक पार्ट नूं कहते हैं ये चक है उस लैंड का। चक। तसखीश मतलब मामला असैस करन लई जमीन की किस्म अनुसार पिंडां दा ग्रुप या टुकड़ा। जुमला मुश्तका मालकान हसब रसद जरे खेवट, मालकां दी सांझी थां विच जिस विच खेवटां दे रकबे दे अनुपात अनुसार हिस्सा होवे। जरखेज, जरखेज मतलब उपजाऊ कल्टीवेबल लैंड। जरे रहन मतलब रहन की रकम। फिर ये उही आ गया जो पहला देखा सी कि सिक्योरिटी तो बाद पैसे आप जो लैने रेज करते हैं पैसे, उन्होंने कहते जरे रहन। जोजा मतलब पत्नी, ये मतलब ये ओ वाली वाइफ नूं जोजा कहा जाता है जिहदा हसबैंड अलाइव होवे। ठीक है, नहीं तो जिहड़े रिकॉर्ड्स है जिहदा हसबैंड ना होवे उन्होंने फिर विधवा ही लिखते हैं। तो जोजा वो वाली वाइफ होंदी है जिहदा हसबैंड अलाइव होंदा। जनूब, जनूब मतलब दखन। जार ए तहसील, तहसील दा कुल माल। जार मतलब रकम। जवाब उल जवाब पहली धिर वल्लों दूजी धिर दे जवाब दा परती जवाब देना। जमा, जमा मतलब माल। जरई मतलब खती। ढाल-बाट मतलब काश्तकारां तो मामले की वसूली लई पटवारियां वल्लों तैयार की जाने वाली सूची। अगे चलते हैं जी। तमाम, तमाम मतलब पूरा। तजमा मतलब अनुपूरक। तलब करना मतलब बुलाना। ताबे, ताबे मतलब अनुसार। तनबीयतनामा मतलब मुतबन्ना नामा। तकावी इनू बनना आएगा इत्थे, मीनस अडॉप्शन डीड नूं कहंदे। ठीक है, मुतबन्ना मतलब अडॉप्टेड। ठीक है, अगे वर्ड्स देखांगे उहदे विच मुतबन्ना यूज़ हुंदा है, तो मुतबन्ना नामा मतलब अडॉप्शन डीड। तकावी मतलब खेती करजा। तैदादी मतलब गिनती, किन्नी तैदादी है, किन्नी काउंटिंग है। काउंटिंग जिवें आपां पॉपूलेशन दे वर्ड लई सिनोनिम यूज़ कर लेने तैदादी है। तलफ करना मतलब नष्ट करना। तमलीकनामा मतलब समझौतानामा, कॉम्प्रोमाइज़ डीड। तफसील मतलब वेरवा। तरमीम मतलब सोध, मीन्स करेक्शन। तावान, तावान मतलब नुकसान का मुआवजा, मतलब जिन्नी डैमेजिज हुई हैं उहदा कॉम्पनसेशन जो मिलता है उन्होंने कहते हैं नुकसान का मुआवजा। तस्पर मतलब मान लेना। तलबाना मतलब खर्चा। तरीका बाट मतलब मामला लाउन का ढंग। दे मतलब पिंड। दुख, दुख तरान मतलब पुत्रियां, बेटियां नूं दुख दे नाल डिनोट किया होया है, ये मैनू चंगा नहीं सी लग्या। दुख तरन मुतबन्ना मतलब गोद लई हुई पुत्री। दखल, दखल मतलब कब्जा। दाखल खारज मतलब इंतकाल। नजूल भों मतलब वारसां दी अनहोंद कारण सरकार दे हक विच तब्दील हुई जमीन, जिन्हों आपां एस्चीट भी कह दिंदे आं एज पर हिंदू लॉ। कई जिहड़ी प्रॉपर्टी का कोई भी वारस नहीं हुंदा, जो भी कोई हायर्स नहीं मिलते ना क्लास 1 ना क्लास 2, तो फिर उदों बाद भी अगर कोई होर नहीं मिलता तो फिर वो प्रॉपर्टी सरकार को चली जाती है, उन्होंने कहते एस्चीट। नकल नवीस मतलब नकल बनाने वाला। अर्जी नवीस, नकल नवीस, ये वर्ड्स ध्यान च रखियो। बनाने वाले नूं नवीस कह देंगे हैं, नकल बनाने वाले नूं नकल नवीस कवांगे, अर्जी देने वाले नूं अर्जी नवीस कवांगे। नज़रसानी, नज़रसानी मतलब पुनर निरीखण। नक्शा नजरी बिन्हा पैमाने तो हाथ नाल बनाया नक्शा।
नंबर शुमार मतलब लड़ी नंबर। नक्शा हकूक चाहत मतलब खूहां दे हक दा नक्शा। पिसर पिसर मतलब पुत्तर। पिसर ए एक आफी मतलब मतरेया पुत्तर स्टैपसन। पिसर खुनिंदा मतलब गोद लिया होया पुत्तर। पढ़ तुआ मतलब मामला लगाउण दी दर मीनस लिमिटेशन पीरियड। अगे है जी फर्द बदर। फर्द बदर मतलब रिकार्ड दी सोध। फक उल रहन मतलब गहने पई संपत्ति नूं छुड़ाउणा मतलब जिवें आपां सिक्योरिटी जिस प्रॉपर्टी ते ਉਹਨੂੰ ਦੇ ਕੇ ਪੈਸੇ ਰੇਜ਼ ਕੀਤੇ ਸੀ तो पैसे वापस करन तो बाद जो प्रॉपर्टी आपां नूं वापस मिलती है ਉਹਨੂੰ ਕਹਿੰਦੇ फक उल रहन। ठीक है। फौत फौत मतलब मौत। फ़र्द मतलब नकल। फ़रीक मतलब तिर पार्टी। फ़रीक अव्वल मतलब पहली तिर। फ़रीक दोम मतलब दूजी तिर। फ़रीक सानी मतलब विरोधी तिर। फसल ए इस्तदा मतलब खड़ी फसल। फौत बिला वसीयत बिना वसीयत किते मरना तो फिर ਜਿਹੜੇ ਇੱਦਾਂ ਹੁੰਦੇ ਆ ਉਹਨਾਂ ਦੀ ਫਿਰ ਸਕਸੈਸ਼ਨ ਥਰੂ ਪ੍ਰੋਪਰਟੀ ਜਾਂਦੀ ਹੈ। फ़र्द जमाबंदी जमाबंदी ਦੀ नकल। फ़क तकमीली ਜਦੋਂ ਮੁਰਤ ਰਹਿਨ ਕਬਜ਼ਾ ਖਰੀਦ ਲਵੇ ਇੱਕ ਹੀ ਵਿਅਕਤੀ ਮੁਰਤਹਨ ਅਤੇ ਮੁਸ਼ਤਰੀ ਬਣ ਜਾਵੇ ਰਿਕਾਰਡ ਦੀ ਸੋਧ ਲਈ ਦਰਜ ਇੰਤਕਾਲ मतलब जो उस पीस ऑफ लैंड ते कल्टीवेशन करता सी उही उस प्रॉपर्टी नूं खरीद लवे तो उन्होंने कहते फक तकमीली। बद स्तूर मतलब पहला की तरह। बैनामा मतलब विक्रीनामा सेल नूं बै कहते हैं। बजरिया मतलब राही। बेदखली बेदखली मतलब कब्जे तो वांझा करना एविक्ट करना। बाया बाया मतलब बेचन वाला। बेशी बेशी मतलब वादा इंक्रीमेंट। बंद सवाल मतलब लिखती प्रश्न। बामी शर्तां मतलब आपसी जुबान शर्तां जो आपदे आप च ही कोई मतलब दो पार्टियां दे विच ही कोई कंडीशन सैट हो जांदियां उन्होंने कहंदे बामी शर्तां। बिल मुक्ता मतलब उक्का पुक्का इन लमसम। बदर बदर मतलब गलती। बामी बामी मतलब आपसी। बातिल बातिल मतलब रद्द करना। बिल्ला लगान बवजा तस्वर रहन लगान तो बिना रहने मंदे होना मंदे होए। बिल्ला लगान बजवा मुखल फाना मतलब लगान तो बिना प्रतिकुल कब्जा। बिला लगान बवजा बन्ना सिकनी मतलब लगान तो बिना जमीन की हद्दां टुटन कारण। बिला लगान बवजा तव पर मलकीयत लगान तो बिना काश्तकार जदों अपने आप नूं मालक समझे। बिला लगान बवजा बरादर हकीकी लगान तो बिना भरा दी तरफों काशत करन वाला। भोली खिल ਉਹ ਜ਼ਮੀਨ ਜਿਹੜੀ ਤਾਜ਼ਾ ਕਾਸ਼ਤ ਅਧੀਨ ਲਿਆਂਦੀ ਗਈ ਹੋਵੇ ਕਾਸ਼ਤਕਾਰ ਨੂੰ ਉਪਜ ਦਾ ਵੱਡਾ ਹਿੱਸਾ ਦਿੱਤਾ ਗਿਆ ਹੋਵੇ। ਅੱਗੇ ਦੇਖਦੇ ਹਾਂ ਜੀ ਮਖਸੂਸ मतलब खास। मखसूस नंबर खसरा मतलब खास नंबर खसरा। मुश्तका मतलब साझा। मुश्तका मालकां दी सांझ। मुश्तका मालकान हसब रसद खेवट ਉਹ ਸਾਂਝੀ ਜ਼ਮੀਨ ਜਿਸ ਵਿੱਚ ਮਾਲਕਾਨ ਦਾ ਉਹਨਾਂ ਦੀ ਖੇਵਟ ਦੇ ਅਨੁਸਾਰ ਅਨੁਪਾਤ ਹਿੱਸਾ ਹੋਵੇ। ਮਾਲੀਅਤ मतलब कीमत। मुंतकिल मतलब तब्दील। मुतनाजा मतलब झगड़े वाला। मुद्दई दावा करन वाला मीनस प्लेंटिव जो दावा लैके आया हुंदा मुद्दा लैके आया हुंदा उन्होंने कहते हैं मुद्दई। मजकूर मतलब उपरोक्त मतलब जो अबाव इदों पहला जो लिखा हुंदा। मनसूख करना मतलब खारिज करना। मुश्तरी होशियार बाश मतलब खरीददार चौकन्ना रहे मीन्स लेट द बायर बी वेयर।
ठीक है, ये सोगा च आपां देखते हैं। मसरूफ मतलब रुझिया होया। मालगुजारी मतलब भो मालिया। मुचलका मीनस निजी जमानतनामा मीनस बॉन्ड, पर्सनल बॉन्ड। अगे है जी मुवक्कल। मुवक्कल मतलब वकील दा गाहक, जिन्हों आपां क्लाइंट भी कह सकते हैं। मरहूम, मरहूम मतलब स्वर्गवासी। मुस्ताजरी नामा मतलब पट्टानामा, लीज डीड। मुदाला मतलब प्रतिवादी जो मुद्दा लेके आया, अगेन प्लेंटिफ। मुकाम, मुकाम मतलब स्थान। मुकर्रर मतलब निश्चित। मजीद मतलब वादू। मनकुल्ला जायदाद मतलब चल जायदाद। मसलन मतलब मिसाल दे तौर पे। मुश्तरी मतलब खरीददार। मुतरहन जमीन रहने लैन वाला। मशकूक मतलब शक्की। मजारा मौरूसी मतलब स्थाई काशतकार। मिसल हकीयत मतलब हक्कां दी मिसल या जमाबंदी जो मुराबंदी समय तैयार होंदी है। मुहाफिज खाना मतलब रिकॉर्ड रूम। मुड़ समाइत मतलब पुनर्विचार, रिव्यू करना। मुहर्रर मतलब मुंशी। मजुरा मतलब काशत अधीन। माली वरा मतलब वित्तीय साल मीन्स फाइनेंशियल ईयर। मिजान मतलब जोड़। मुस्तकिल मतलब पक्का। मुसन्ना मतलब दोबारा तैयार की परत, दोबारा तैयार की मतलब दोबारा तैयार की परत। मौरूसी मतलब जद्दी इनहेरिटेड। मौजा, मौजा मतलब पिंड या थां। मालिक दे मतलब पिंड का मालिक। मालिक आला मतलब उच्चे दर्जे का मालिक। मालिक कामिल मतलब पूरा मालिक। मनहाई घटाना। मुसाहत मतलब मिनती का ढंग। मुहासिल मतलब कलैक्टर। निम जुमला मतलब सारे विचों। यक रफ़ा मतलब एक तरफा। रहन मस्ताजरी मतलब कब्जे समेत निश्चित समय ਲਈ रहन जमीन समा पूरा होने ते अपने आप फक हो जाती है, मतलब जो टाइम खत्म हो जाता है। ठीक है, अगे है रकबा। मजुरा मतलब काशत योग कब्ज रकबा, कल्टिवेबल पीस ऑफ लैंड। रोबकार मतलब इतला पत्र। रहन मतलब रहना। रहबरी मतलब अगवाई। रहनदार रहन मतलब रहने लैन वाले अपने हक किसी होर पास रहन कर देन। रफाए आम मतलब हर एक दी वरतों योग। रहन बा कब्जा मतलब कब्जे समेत रहन। लफ, लफ मतलब नत्थी। वाहिब, वाहिब मतलब दान देन वाला। दसीका मतलब लिखत। वाजिब उल अर्ज मतलब पिंड दा रीति रिवाजां दी सूची। वासिल वाकी नवीस मतलब लेखाकार। वागजार करना मतलब मुक्त करना। वाहिद मालकी मतलब संपूर्ण मालकी। बेचराग मौजा मतलब माल रिकॉर्ड अनुसार वो पिंड जिसका रकबा होवे पर आबादी ना होवे। मुतवफी जिसकी मौत हो गई होवे। राहिन, राहिन मतलब रहने देने वाला, जिन्हें प्रॉपर्टी सिक्योरिटी ते दिती हुंदी है। ठीक है, महू बैला मतलब दान लैन वाला। राजी मुतरका, ये लास्ट वर्ड है जी, जिदा मतलब है अलाट करन योग वो जमीन जो देश की वंड समय मुसलमान छड़ के चले गए होन। माल रिकॉर्ड विच अजिही जमीन नूं कस्टोडियन बतौर माल मतरुका महाजरीन भारत सरकार आदि दर्ज किया होया है।
ਬਾਈ ਦਿਸ ਵੀ ਹੈਵ ਕਮ ਟੂ ਦ ਐਂਡ ਆਫ ਲੀਗਲ ਗਲੋਸਰੀ ਸੀਰੀਜ਼। ਮੇਰੇ ਵੱਲੋਂ ਇਹ ਲਾਸਟ ਪਾਰਟ ਸੀ। ਜੇਕਰ ਤੁਹਾਨੂੰ ਅੱਜ ਵਾਲੀ ਵੀਡੀਓ ਵਧੀਆ ਲੱਗੀ, ਕੰਟੈਂਟ ਵੈਲਿਊਏਬਲ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਕਰ ਦਿਓ ਵਿਦ ਆਲ ਪੰਜਾਬ AD ਐਸਪੀਰੈਂਟਸ। ਅਤੇ ਜੇਕਰ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ। ਅਤੇ ਅੱਜ ਵਾਲੀ PDF ਵੀ ਤੁਸੀਂ ਟੈਲੀਗ੍ਰਾਮ ਤੋਂ ਕਲੈਕਟ ਕਰ ਸਕਦੇ ਹੋ। ਪਹਿਲਾਂ ਵਾਲੀ 2 PDFs ਆਲਰੇਡੀ ਟੈਲੀਗ੍ਰਾਮ 'ਤੇ ਹੈ। ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਅਵੇਲੇਬਲ ਹੈ, ਉੱਥੋਂ ਚੈੱਕਆਊਟ ਕਰ ਲਿਓ। ਪਲੱਸ ਪੰਜਾਬ ADA ਦੇ ਜਿੰਨੇ ਹੋਰ ਸਬਜੈਕਟਸ ਹੈ, ਜਿਵੇਂ ਐਕਸਾਈਜ਼ ਐਕਟ ਹੈ, ਉਹ ਸਾਰੇ ਐਕਟਸ ਨੂੰ ਆਪਾਂ ਕੰਪਰੀਹੈਂਸਿਵਲੀ ਕਵਰ ਕੀਤਾ। ਇਸੇ ਚੈਨਲ 'ਤੇ ਤੁਹਾਨੂੰ ਉਹ ਵੀ ਅਵੇਲੇਬਲ ਹੈ, ਤੁਸੀਂ ਉਹ ਵੀ ਅਸੈਸ ਕਰ ਸਕਦੇ ਹੋ। ਸੋ ਆਲ ਦ ਵੈਰੀ ਬੈਸਟ ਫॉर ਅਪਕਮਿੰਗ ਐਗਜ਼ਾਮ। ਥੈਂਕ ਯੂ ਸੋ ਮਚ।